ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ। ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ। ਅੱਜ ਅਸੀਂ ਗੱਲ ਕਰਾਂਗੇ ਕਿ ਆਖਿਰ ਸਹੀ ਇਨਸਾਨਾਂ ਨਾਲ ਹੀ ਬੁਰਾ ਕਿਉਂ ਹੁੰਦਾ ਹੈ, ਚੰਗੇ ਲੋਕਾਂ ਨਾਲ ਹੀ ਮਾੜਾ ਕਿਉਂ ਹੁੰਦਾ ਹੈ। ਚੰਗੇ ਤੇ ਇਮਾਨਦਾਰ ਲੋਕਾਂ ਨਾਲ ਹੀ ਮਾੜਾ ਕਿਉਂ ਹੁੰਦਾ ਹੈ। ਤੁਸੀਂ ਵੀ ਆਪਣੇ ਆਲੇ ਦੁਆਲੇ ਲੋਕਾਂ, ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਨੂੰ ਦੇਖਿਆ ਹੋਵੇਗਾ ਕਿ ਪਾਠ ਪੂਜਾ ਧਰਮ ਕਰਮ ਕਰਨ ਵਾਲਿਆਂ ਦੀ ਜ਼ਿੰਦਗੀ ਸੁਖਮਈ ਖੁਸ਼ਹਾਲ ਨਹੀਂ ਹੁੰਦੀ। ਉਹਨਾਂ ਦੀ ਜ਼ਿੰਦਗੀ 'ਚ ਸੁੱਖ ਬਹੁਤ ਘੱਟ ਹੁੰਦਾ ਹੈ। ਜਿੰਨੀ ਜ਼ਿਆਦਾ ਵਧੀਆ ਖੁਸ਼ਹਾਲ ਸੁਖਮਈ ਜ਼ਿੰਦਗੀ ਚਲਾਕ ਚੋਰਾਂ ਧਰਮੀਆਂ ਪਾਪੀਆਂ ਦੀ ਹੁੰਦੀ ਹੈ। ਤੁਹਾਡੇ ਦਿਮਾਗ ਵਿੱਚ ਵੀ ਇਹ ਸਵਾਲ ਪੈਦਾ ਹੁੰਦਾ ਹੋਵੇਗਾ ਕਿ ਚੰਗੇ ਲੋਕਾਂ ਨਾਲ ਮਾੜਾ ਕਿਉਂ ਹੁੰਦਾ ਹੈ, ਕਿਉਂਕਿ ਅਸੀਂ ਉਸ ਰੱਬ ਪਰਮਾਤਮਾ ਦੀ ਲੀਲਾ ਨਹੀਂ ਜਾਣਦੇ। ਪਰਦੇ ਪਿੱਛੇ ਕੀ ਹੋ ਰਿਹਾ ਹੈ। ਅਸੀਂ ਜਿਸ ਵੀ ਪੀਰ ਫਕੀਰ ਗੁਰੂ ਦੇਵੀ ਦੇਵਤੇ ਦੀ ਪਾਠ ਪੂਜਾ ਇਬਾਦਤ ਕਰਦੇ ਹਾਂ, ਉਹਨਾਂ ਦੀ ਕੀ ਖੇਡ ਹੈ, ਉਹ ਕੀ ਕਰ ਰਹੇ ਹਨ, ਇਹ ਸਭ ਅਸੀਂ ਨਹੀਂ ਜਾਣਦੇ ਕਿ ਸਾਡੇ ਰਹਿਬਰ ਸਾਡਾ ਪਰਮਾਤਮਾ ਸਾਡੇ ਪੀਰ ਗੁਰੂ ਦੇਵੀ ਦੇਵਤੇ ਸਾਨੂੰ ਕਿਹੜੇ ਰੂਪ ਵਿੱਚ ਕੀ ਦੇ ਰਹੇ ਹਨ ਔਰ ਉਹਨਾਂ ਦੀ ਕੀ ਖੇਡ ਹੈ, ਕੀ ਲੀਲਾ ਹੈ, ਸਾਨੂੰ ਕੁਝ ਸਮਝ ਨਹੀਂ ਆਉਂਦਾ। ਪਰ ਜੇ ਅਸੀਂ ਚੰਗੇ ਕਰਮ ਕਰਦੇ ਹਾਂ, ਬੰਦਗੀ ਇਬਾਦਤ ਕਰਦੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਮਿਹਰ ਸਾਡੇ 'ਤੇ ਹਮੇਸ਼ਾ ਬਣੀ ਰਹਿੰਦੀ ਹੈ। ਪਰ ਅਸੀਂ ਦੁਖੀ ਹੋ ਕੇ ਪਰਮਾਤਮਾ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਨੂੰ ਮੰਨਦੇ ਹਾਂ। ਸਾਨੂੰ ਕੀ ਪਤਾ ਹੈ ਸਾਡੀ ਬੰਦਗੀ ਇਬਾਦਤ ਨਾਲ ਸਾਡੇ ਵੱਡੇ ਕਸ਼ਟ ਵੱਡੇ ਸੰਕਟ ਬਦਲ ਕੇ ਕਿੰਨਾ ਛੋਟਾ ਕਰ ਦਿੰਦੇ ਹਨ ਰਹਿਬਰ। ਕੀ ਪਤਾ ਅਸੀਂ ਕਿੰਨੇ ਜਾਣੇ ਅਣਜਾਣੇ ਵਿੱਚ ਕਿੰਨੇ ਪਾਪ ਕਮਾਏ ਹਨ, ਕਿੰਨੇ ਮਾੜੇ ਕਰਮ ਕਮਾਏ ਹਨ ਔਰ ਸਾਨੂੰ ਕਿੰਨੀ ਵੱਡੀ ਸਜ਼ਾ ਮਿਲਣੀ ਸੀ। ਪਰ ਜ਼ਿੰਦਗੀ ਦੇ ਵਿੱਚ ਬੰਦਗੀ ਇਬਾਦਤ ਨਾਲ ਕਸ਼ਟ ਸਜ਼ਾ ਛੋਟੀ ਹੋ ਜਾਂਦੀ ਹੈ। ਮਾਲਕ ਆਪ ਆ ਕੇ ਬਚਾ ਲੈਂਦਾ ਹੈ। ਔਰ ਜੋ ਇਨਸਾਨ ਪੂਜਾ ਪਾਠ ਬੰਦਗੀ ਇਬਾਦਤ ਨਹੀਂ ਕਰਦਾ ਔਰ ਫਿਰ ਵੀ ਸੁਖੀ ਹੈ, ਕੀ ਪਤਾ ਮਾਲਕ ਨੇ ਉਹਨਾਂ ਦੇ ਕਰਮਾਂ ਵਿੱਚ ਕਿੰਨਾ ਜ਼ਿਆਦਾ ਸੁੱਖ ਲਿਖਿਆ ਹੋਵੇ ਅਤੇ ਬਾਅਦ ਵਿੱਚ ਉਹ ਸਹੀ ਕਰਮ ਨਾ ਕਰਨ 'ਤੇ ਉਹ ਪਾਪ ਕਰਨ ਲੱਗ ਜਾਣ। ਫਿਰ ਪਰਮਾਤਮਾ ਉਹਨਾਂ ਨੂੰ ਉਸ ਦੇ ਪਰਿਵਾਰ ਵਿੱਚ ਸੁੱਖਾਂ ਦੀ ਕਮੀ ਕਰ ਦਿੰਦਾ ਹੈ। ਉਹ ਵੀ ਸਮਾਂ ਆਉਣ 'ਤੇ ਦੁੱਖ ਜ਼ਰੂਰ ਭੋਗਦੇ ਹਨ। ਇਹ ਸਭ ਚੀਜ਼ਾਂ ਨੂੰ ਸਮਝਣ ਲਈ ਅਸੀਂ ਇੱਕ ਭਗਵਾਨ ਕ੍ਰਿਸ਼ਨ ਅਤੇ ਅਰਜੁਨ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਅਰਜੁਨ ਦੇ ਮਨ ਵਿੱਚ ਜਦੋਂ ਵੀ ਕੋਈ ਸਵਾਲ ਪੈਦਾ ਹੁੰਦਾ ਤਾਂ ਉਹ ਭਗਵਾਨ ਕ੍ਰਿਸ਼ਨ ਕੋਲ ਪਹੁੰਚ ਜਾਂਦਾ। ਅਰਜੁਨ ਭਗਵਾਨ ਕ੍ਰਿਸ਼ਨ ਕੋਲ ਗਿਆ ਤਾਂ ਨਮਸਕਾਰ ਕੀਤੀ, ਕਿਹਾ ਮੈਨੂੰ ਇੱਕ ਸਵਾਲ ਨੇ ਦੁਵਿਧਾ ਵਿੱਚ ਪਾਇਆ ਹੈ, ਮੈਨੂੰ ਉਸ ਦਾ ਜਵਾਬ ਚਾਹੀਦਾ ਹੈ। ਤਾਂ ਭਗਵਾਨ ਕ੍ਰਿਸ਼ਨ ਨੇ ਕਿਹਾ ਤੁਸੀਂ ਆਪਣਾ ਸਵਾਲ ਦੱਸੋ, ਫਿਰ ਮੈਂ ਉਸ ਦਾ ਹੱਲ ਦੱਸਦਾ ਹਾਂ। ਤਾਂ ਅਰਜੁਨ ਨੇ ਕਿਹਾ ਹੇ ਨਾਰਾਇਣ, ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਚੰਗੇ ਲੋਕਾਂ ਨਾਲ ਹੀ ਮਾੜਾ ਕਿਉਂ ਹੁੰਦਾ ਹੈ, ਚੰਗੇ ਇਨਸਾਨਾਂ ਨਾਲ ਹੀ ਬੁਰਾ ਕਿਉਂ ਹੁੰਦਾ ਹੈ। ਜਦੋਂ ਕਿ ਬੁਰਾ ਕਰਨ ਵਾਲੇ ਇਨਸਾਨ ਸੁਖੀ ਤੇ ਖੁਸ਼ਹਾਲ ਦਿਸਦੇ ਹਨ। ਸ਼੍ਰੀ ਕ੍ਰਿਸ਼ਨ ਜੀ ਬੋਲੇ ਹੇ ਅਰਜੁਨ, ਮਨੁੱਖ ਜੋ ਵੇਖਦਾ ਹੈ ਜਾਂ ਫਿਰ ਜੋ ਮਹਿਸੂਸ ਕਰਦਾ ਹੈ ਅਸਲ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਮਨੁੱਖ ਅਗਿਆਨਤਾ ਦੇ ਵਸ ਵਿੱਚ ਆ ਕੇ ਸੱਚਾਈ ਨੂੰ ਸਮਝ ਨਹੀਂ ਸਕਦਾ। ਇਨਸਾਨ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਹੈ। ਸ਼੍ਰੀ ਕ੍ਰਿਸ਼ਨ ਦੀ ਇਹ ਗੱਲ ਸੁਣ ਕੇ ਅਰਜੁਨ ਹੈਰਾਨ ਹੋ ਗਿਆ ਤੇ ਬੋਲਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮੈਨੂੰ ਸਮਝ ਨਹੀਂ ਆਇਆ। ਤਾਂ ਸ਼੍ਰੀ ਕ੍ਰਿਸ਼ਨ ਜੀ ਬੋਲੇ ਹੁਣ ਮੈਂ ਤੈਨੂੰ ਇੱਕ ਕਥਾ ਸੁਣਾਉਂਦਾ ਹਾਂ, ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਸਾਰੇ ਸਮਝ ਜਾਓਗੇ ਕਿ ਕਰਮਾਂ ਦੇ ਹਿਸਾਬ ਨਾਲ ਹੀ ਫਲ ਮਿਲਦਾ ਹੈ। ਜੋ ਬੁਰਾ ਕਰਮ ਕਰਦਾ ਹੈ ਉਸ ਨੂੰ ਬੁਰਾ ਫਲ ਮਿਲਦਾ ਹੈ ਔਰ ਜੋ ਚੰਗਾ ਕਰਮ ਕਰਦਾ ਹੈ ਉਸ ਨੂੰ ਚੰਗਾ ਫਲ ਮਿਲਦਾ ਹੈ, ਕਿਉਂਕਿ ਚੰਗਾ ਤੇ ਬੁਰਾ ਕਰਮ ਇਨਸਾਨ 'ਤੇ ਨਿਰਭਰ ਕਰਦਾ ਹੈ। ਇਹ ਜ਼ਿੰਦਗੀ ਇਹ ਕੁਦਰਤ ਹਰ ਇੱਕ ਨੂੰ ਆਪਣਾ ਰਾਹ ਚੁਣਨ ਦਾ ਮੌਕਾ ਦਿੰਦੀ ਹੈ। ਹੁਣ ਹਰ ਇਨਸਾਨ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਰਾਹ 'ਤੇ ਚੱਲਣਾ ਪਸੰਦ ਕਰਦਾ ਹੈ। ਸ਼੍ਰੀ ਕ੍ਰਿਸ਼ਨ ਜੀ ਬੋਲੇ ਇੱਕ ਨਗਰ ਵਿੱਚ
ਦੋ ਇਨਸਾਨ ਰਹਿੰਦੇ ਸਨ। ਇੱਕ ਆਦਮੀ ਵਪਾਰੀ ਸੀ ਜੋ ਭਲਾ ਆਦਮੀ ਸੀ। ਉਹ ਪਾਠ ਪੂਜਾ ਕਰਨ ਵਾਲਾ ਸੀ, ਪਰਮਾਤਮਾ ਵਿੱਚ ਵਿਸ਼ਵਾਸ ਰੱਖਦਾ ਸੀ, ਹਰ ਰੋਜ਼ ਮੰਦਿਰ ਆਉਂਦਾ ਸੀ, ਦਾਨ ਪੁੰਨ ਵੀ ਬਹੁਤ ਕਰਦਾ ਸੀ। ਕੁਝ ਵੀ ਹੋ ਜਾਵੇ ਉਹ ਨਿਤ ਕਰਮ ਪਾਠ ਪੂਜਾ ਕਰਦਾ ਸੀ। ਔਰ ਦੂਸਰਾ ਆਦਮੀ ਬਿਲਕੁਲ ਉਸ ਦੇ ਉਲਟ ਸੀ। ਉਹ ਮੰਦਿਰ ਤਾਂ ਜਾਂਦਾ ਸੀ, ਪਰ ਚੋਰੀ ਕਰਨ ਦੇ ਉਦੇਸ਼ ਨਾਲ ਜਾਂਦਾ ਸੀ, ਧਨ ਦੌਲਤ ਲੁੱਟਣ ਦੇ ਉਦੇਸ਼ ਨਾਲ ਜਾਂਦਾ ਸੀ। ਉਸ ਨੂੰ ਪਾਠ ਪੂਜਾ ਧਰਮ ਨੀਤੀ ਨਾਲ ਕੋਈ ਲੈਣ ਦੇਣ ਨਹੀਂ ਸੀ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ। ਇੱਕ ਦਿਨ ਰਾਤ ਨੂੰ ਬਾਰਿਸ਼ ਹੋਣ ਲੱਗੀ। ਮੰਦਿਰ ਵਿੱਚ ਸਿਰਫ ਪੰਡਿਤ ਸੀ। ਉਸ ਨੇ ਸੋਚਿਆ, ਅੱਜ ਹੀ ਸਹੀ ਸਮਾਂ ਹੈ ਚੋਰੀ ਕਰਨ ਦਾ। ਉਹ ਗਿਆ ਤੇ ਪੰਡਿਤ ਤੋਂ ਅੱਖ ਬਚਾ ਕੇ ਸਾਰਾ ਖਜ਼ਾਨਾ ਲੁੱਟ ਕੇ ਲੈ ਗਿਆ। ਜੋ ਵੀ ਹੀਰੇ ਜਵਾਹਰਾਤ ਸੀ ਸਾਰੇ ਉਸਨੇ ਲੁੱਟ ਲਏ ਤੇ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਭਲਾ ਆਦਮੀ ਵੀ ਮੰਦਿਰ ਪਹੁੰਚਿਆ ਪੂਜਾ ਕਰਨ, ਪਰ ਪੰਡਿਤ ਨੇ ਉਸ ਨੂੰ ਹੀ ਚੋਰ ਸਮਝ ਲਿਆ ਤੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ। ਸ਼ੋਰ ਪਾਉਣ ਤੇ ਸਾਰੇ ਇਕੱਠੇ ਹੋ ਗਏ, ਉਸ ਨੂੰ ਅਪਮਾਨਿਤ ਕਰਨ ਲੱਗੇ। ਭਲੇ ਵਿਅਕਤੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਉਹ ਕਿਸੇ ਤਰ੍ਹਾਂ ਉਹਨਾਂ ਤੋਂ ਬਚ ਕੇ ਦੌੜ ਗਿਆ, ਪਰ ਕਿਸਮਤ ਮਾੜੀ ਸੀ। ਰਸਤੇ ਵਿੱਚ ਮੀਂਹ ਹਨੇਰੀ ਕਾਰਨ ਉਹ ਕਿਸੇ ਦਰਖਤ ਵਿੱਚ ਜਾ ਟਕਰਾਇਆ ਤੇ ਉਸ ਦੇ ਸੱਟਾਂ ਲੱਗ ਗਈਆਂ। ਅਗਲੇ ਦਿਨ ਭਲਾ ਆਦਮੀ ਜਾ ਰਿਹਾ ਸੀ। ਉਸ ਦੀ ਮੁਲਾਕਾਤ ਉਸੇ ਚੋਰ ਆਦਮੀ ਨਾਲ ਹੋਈ। ਉਹ ਬਹੁਤ ਖੁਸ਼ ਸੀ। ਉਸ ਨੂੰ ਦੇਖ ਕੇ ਭਲਾ ਆਦਮੀ ਬਹੁਤ ਦੁਖੀ ਹੋਇਆ, ਬਹੁਤ ਕ੍ਰੋਧਿਤ ਹੋਇਆ। ਉਸਨੇ ਘਰ ਜਾ ਕੇ ਕ੍ਰੋਧ ਵਿੱਚ ਆ ਕੇ ਭਗਵਾਨ ਦੀਆਂ ਸਾਰੀਆਂ ਮੂਰਤੀਆਂ ਬਾਹਰ ਸੁੱਟ ਦਿੱਤੀਆਂ ਔਰ ਨਿਰਾਸ਼ ਹੋ ਕੇ ਆਪਣਾ ਜੀਵਨ ਬਤੀਤ ਕਰਨ ਲੱਗਾ। ਕੁਝ ਸਮੇਂ ਬਾਅਦ ਦੋਵਾਂ ਦੀ ਮੌਤ ਹੋ ਗਈ, ਚੋਰ ਦੀ ਤੇ ਭਲੇ ਆਦਮੀ ਦੀ। ਔਰ ਦੋਵੇਂ ਹੀ ਜਮਰਾਜ ਦੀ ਸਭਾ ਵਿੱਚ ਪਹੁੰਚੇ। ਭਲੇ ਆਦਮੀ ਨੇ ਜਦੋਂ ਉਸ ਚੋਰ ਨੂੰ ਨਾਲ ਖਲੋਤਾ ਦੇਖਿਆ ਤਾਂ ਕ੍ਰੋਧ ਵਿੱਚ ਆ ਕੇ ਧਰਮਰਾਜ ਨੂੰ ਪੁੱਛਣ ਲੱਗਾ ਕਿ ਮੈਂ ਹਮੇਸ਼ਾ ਪਾਠ ਪੂਜਾ ਦਾਨ ਸਹੀ ਕਰਮ ਕਰਦਾ ਸੀ, ਜਿਸ ਦੇ ਬਦਲੇ ਮੈਨੂੰ ਜੀਵਨ ਭਰ ਦੁੱਖ ਦਰਦ ਅਪਮਾਨ ਮਿਲਿਆ। ਤੇ ਇਹ ਜੋ ਚੋਰ ਹੈ, ਇਸ ਨੇ ਆਪਣੇ ਜੀਵਨ ਵਿੱਚ ਚੋਰੀਆਂ ਪਾਪ ਕੀਤੇ ਤੇ ਉਸ ਨੂੰ ਧਨ ਦੌਲਤ ਮਿਲਿਆ, ਮੰਦਿਰ ਵਿੱਚੋਂ ਜਵਾਹਰਾਤ ਮਿਲੇ। ਇਸ ਤਰ੍ਹਾਂ ਕਿਉਂ? ਤਾਂ ਧਰਮਰਾਜ ਬੋਲਿਆ, ਪੁੱਤਰ ਤੂੰ ਗਲਤ ਸੋਚ ਰਿਹਾ ਹੈ। ਜਦੋਂ ਤੂੰ ਰਾਤ ਨੂੰ ਦੌੜ ਰਿਹਾ ਸੀ ਮੰਦਿਰ ਚੋਂ ਬਚ ਕੇ, ਤੇ ਉਸ ਦਿਨ ਤੇਰੀ ਮੌਤ ਲਿਖੀ ਸੀ ਜਦੋਂ ਤੂੰ ਦਰਖਤ ਨਾਲ ਟਕਰਾਇਆ, ਪਰ ਤੇਰੀ ਪਾਠ ਪੂਜਾ ਭਗਤੀ ਕਰਕੇ ਮੌਤ ਨੂੰ ਸੱਟ ਦੇ ਰੂਪ ਵਿੱਚ ਬਦਲ ਦਿੱਤਾ ਗਿਆ। ਉਹ ਤੇਰਾ ਆਖਰੀ ਦਿਨ ਸੀ, ਪਰ ਤੂੰ ਉਸ ਦਿਨ ਬਚ ਗਿਆ ਜੋ ਤੂੰ ਪਾਠ ਪੂਜਾ ਨਿਤ ਕਰਮ ਕਰਦਾ ਸੀ। ਉਸ ਕਰਕੇ ਇਸ ਚੋਰ ਦੀ ਵੀ ਸੁਣ ਲੈ। ਇਸ ਚੋਰ ਦੇ ਕਰਮਾਂ ਵਿੱਚ ਰਾਜ ਭਾਗ ਲਿਖਿਆ ਸੀ, ਪਰ ਇਸ ਦੇ ਦੁਸ਼ਕਰਮ ਬੇਈਮਾਨੀ ਕਾਰਨ ਇਸ ਦੇ ਰਾਜ ਭਾਗ ਨੂੰ ਥੋੜੇ ਧਨ ਦੌਲਤ ਵਿੱਚ ਬਦਲ ਦਿੱਤਾ ਗਿਆ। ਥੋੜੇ ਜਿਹੇ ਜਵਾਹਰਾਤ ਜੋ ਇਸ ਨੇ ਮੰਦਿਰੋਂ ਚੋਰੀ ਕੀਤੇ ਹਨ ਉਸ ਵਿੱਚ ਬਦਲ ਦਿੱਤਾ ਗਿਆ। ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ, ਹੇ ਅਰਜੁਨ, ਹੁਣ ਤੈਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਭ ਕੁਝ ਕਰਮਾਂ ਦੇ ਹਿਸਾਬ ਨਾਲ ਹੈ। ਚੰਗੇ ਕਰਮਾਂ ਦਾ ਫਲ ਸਾਨੂੰ ਚੰਗਾ ਹੀ ਮਿਲਦਾ ਹੈ। ਪਰਮਾਤਮਾ ਸਾਡੇ ਚੰਗੇ ਕਰਮਾਂ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਦਾ। ਜੋ ਦੇਖ ਰਹੇ ਹਨ ਉਹਨਾਂ ਨੂੰ ਵੀ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਕਿ ਇਹ ਸਭ ਜਨਮਾਂ ਕਰਮਾਂ ਦੀ ਖੇਡ ਹੈ। ਜੋ ਵੀ ਅਸੀਂ ਕਰਮ ਕਰਦੇ ਹਾਂ ਉਹਨਾਂ ਦਾ ਸਾਨੂੰ ਫਲ ਮਿਲਦਾ ਹੈ। ਔਰ ਦੋਸਤੋ, ਮਿਲਾਂਗੇ ਅਸੀਂ ਹੁਣ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਆਪ ਸਭ ਨੂੰ ਸਲਾਮ।